ਨਾਵਲ ਰੂਪਧਾਰਾ ਭਾਗ 8 ਦੂਜਾ ਹਿੱਸਾ। ਜੈਬੂ ਨੇ ਬਾਹਰ ਖਲੋਤਿਆਂ ਚਪੜਾਸਨ ਹੱਥ ਰੂਪ ਨੂੰ ਸੁਨੇਹਾ ਭੇਜਿਆ ਕਿ ਉਸਦਾ ਚਾਚਾ ਮਿਲਣਾ ਚਾਹੁੰਦਾ ਹੈ। ਅੱਜ ਗੱਲ ਦਾ ਇੱਕ ਸਿਰ ਕਰ ਲੈਣ ਲਈ ਮਨ 'ਚ ਪੱਕੀ ਧਾਰੀ ਹੋਈ ਸੀ। ਉਹ ਘੁੱਟ ਪੀ ਕੇ ਵੀ ਆਇਆ ਸੀ। ਦੱਖਣੀ ਗੇਟ ਦੀ ਥਾਂ ਉਸ ਉੱਤਰੀ ਗੇਟ ਨੂੰ ਚੁਣਿਆ ਸੀ। ਉੱਤਰੀ ਗੇਟ ਵੱਲ ਆਵਾਜਾਈ ਬਹੁਤ ਘੱਟ ਹੁੰਦੀ ਹੈ। ਨਵੇਕਲੀ ਤਰ੍ਹਾਂ ਦੀ ਸ਼ਾਂਤੀ ਦਰਖਤਾਂ ਦੀ ਛਾਵੇਂ ਪਸਰੀ ਰਹਿੰਦੀ ਸੀ। ਸ਼ਾਮ ਪਲ ਪਲ ਮੈਲੀ ਹੁੰਦੀ ਜਾ ਰਹੀ ਸੀ। ਨਸ਼ੇ ਦੀ ਤਰੋੜ ਵਿੱਚ ਉਹ ਰੂਪ ਨੂੰ ਬੁਰੀ ਤਰ੍ਹਾਂ ਉਡੀਕ ਰਿਹਾ ਸੀ। ਰੂਪ ਨੂੰ ਇਹ ਸੁਨੇਹਾ ਇਸ ਤਰ੍ਹਾਂ ਮਿਲਿਆ ਸੀ ਜਿਵੇਂ ਪੈਟਰੋਲ ਨੂੰ ਮਾਚਿਸ ਦੀ ਤੀਲੀ ਵਿਖਾਈ ਜਾਵੇ। ਉਸ ਅੰਦਰ ਜਵਾਲਾ ਇੱਕਦਮ ਭੜਕ ਉੱਠੀ। ਉਸ ਦਾ ਮੂੰਹ ਗੁੱਸੇ ਵਿੱਚ ਸੁਰਖ ਹੋ ਗਿਆ। ਫਿਰ ਉਸ ਆਪਣੀ ਅਸ਼ਾਂਤ ਅਵਸਥਾ ਨੂੰ ਸੰਭਾਲਿਆ। ਉਸ ਸੋਚਿਆ, ਮੈਂ ਪ੍ਰਿੰਸੀਪਲ ਨੂੰ ਸਾਫ਼-ਸਾਫ਼ ਜਾ ਕੇ ਕਹਿ ਦੇਵਾਂ ਬਾਹਰ ਇੱਕ ਬਦਮਾਸ਼ ਖਲੋਤਾ ਏ। ਪਰ ਇਸ ਤੋਂ ਅਗਾਂਹ ਉਸ ਦੀ ਸੋਚ ਦੇ ਪਰ ਸੁੱਕੜ ਗਏ। ਕਿਤੇ ਉਲਟੀ ਹੀ ਨਾ ਪੈ ਜਾਵੇ। ਮੈਂ ਖਰੀਆਂ ਸੁਣਾ ਕੇ ਇਸ ਦਾ ਦਿਮਾਗ ਨਾ ਸਾਫ਼ ਕਰ ਦਿਆਂ। ਉਹ ਕਾਹਲੀ 3-4 ਕਦਮਾਂ ਪੁੱਟੀਆਂ। ਫਿਰ ਕਦਮ ਮੱਠੇ ਪਾਉਂਦਿਆਂ ਸੋਚਿਆ, ਮੈਂ ਜਾਵਾਂ ਹੀ ਨਾ। ਉਹ ਮੁੜ ਸੁਨੇਹਾ ਘੱਲੇਗਾ। ਨਹੀਂ, ਇਸ ਨਿਸ਼ਾ ਕਰਵਾਏ ਬਿਨਾਂ ਮਗਰੋਂ ਨਹੀਂ ਲੈਣਾ। ਉਹ ਬਾਹਰ ਆ ਗਈ ਤੇ ਨੀਮ ਗਿਲੇ ਨਾਲ ਬੋਲੀ, ਕੀ ਗੱਲ ਹੈ ਚਾਚਾ? ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ। ਉਹ ਆਪਣਾ ਸਾਹ ਰੋਕ ਕੇ ਬੋਲਿਆ, ਮੈਨੂੰ ਕੁਝ ਨਹੀਂ ਚਾਹੀਦਾ ਤੇ ਮੁੜ ਕੇ ਇੱਥੇ ਬਿਲਕੁਲ ਨਾ ਆਵੀਂ। ਗੁੱਸਾਲੀ ਨਫ਼ਰਤ ਰੂਪ ਦੇ ਚਿਹਰੇ ਤੇ ਉਤਰ ਆਈ। ਮੈਂ ਤਾਂ ਤੈਨੂੰ ਲੈਣ ਆਇਆ, ਤੂੰ ਆਖਦੀ ਏ ਇੱਥੇ ਨਾ ਆਵਾਂ। ਜੈਬੂ ਦਿਲ ਦੀ ਭੜਕਣਾ ਕਹਿ ਗਿਆ। ਉਸ ਨੂੰ ਵੀ ਥੋੜਾ ਤਾ ਆ ਗਿਆ ਸੀ। ਦਿਮਾਗ ਟਿਕਾਣੇ ਆ, ਠਾਣੇ ਤਾਂ ਨਹੀਂ ਜਾਣਾ? ਰੂਪ ਨੇ ਬਿਨਾਂ ਥਿੜਕਦਿਆਂ ਦਲੇਰੀ ਨਾਲ ਆਖਿਆ। ਥਾਣੇ ਮੈਂ ਇਕੱਲਾ ਨਹੀਂ ਜਾਵਾਂਗਾ, ਤੈਨੂੰ ਵੀ ਨਾਲ ਲੈ ਕੇ ਜਾਊਂਗਾ। ਰੁਪਈਆ 300 ਖਾ ਗਈ ਏ ਤੇ ਹਾਲੇ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ। ਮੈਂ 300 ਖਾ ਗਈ ਆ? ਰੂਪ ਇੱਕਦਮ ਹੈਰਾਨ ਹੋ ਗਈ। ਤੈਨੂੰ ਜਿੰਨੇ ਹੋਰ ਚਾਹੀਦੀ ਹੈ ਲੈ ਤੇ ਗੱਲ ਕਰ। ਜੈਬੂ ਸਮਝੌਤੇ ਲਈ ਥੋੜਾ ਨਰਮ ਪੈ ਗਿਆ। ਪਹਿਲਾਂ ਮੈਂ ਤੈਨੂੰ ਇਹ ਪੁੱਛਦੀ ਆ, 300 ਤੋਂ ਕਿਹਨੂੰ ਦਿੱਤਾ ਹੈ? ਰੂਪ ਲੋਹੀ ਲਾਖੀ ਹੋਈ ਖਲੋਤੀ ਸੀ। ਇਹ ਤੂੰ ਪੁੱਛਦੀ ਹੈ ਜਿਹੜੀ ਨੇਕੇ ਰਾਹੀਂ ਮੰਗਵਾ ਕੇ ਖਰਚਦੀ ਰਹੀ ਹੈ? ਜੈਬੂ ਸਮਝਦਾ ਸੀ ਰੂਪ ਉਸ ਨੂੰ ਲੋੜ ਤੋਂ ਵੱਧ ਤਿੱਖੀ ਹੋ ਕੇ ਵਿਖਾਉਂਦੀ ਹੈ। ਨੇਕੇ ਰਾਹੀਂ? ਮੈਂ ਰੁਪਈਏ? ਗੱਲ ਰੂਪ ਦੇ ਸੰਗ ਵਿੱਚ ਹੀ ਖਤਮ ਹੋ ਕੇ ਰਹਿ ਗਈ। ਉਹ ਫੌਰਨ ਸਮਝ ਗਈ, ਨੇਕ ਨੇ ਰੁਪਏ ਜ਼ਰੂਰ ਖਾਧੇ ਹੋਣਗੇ, ਭਾਵੇਂ ਕਿੰਨੇ ਖਾਧੇ ਹੋਣ। ਜਦ ਮੈਂ ਸਿੱਧਾ ਹਾਂ, ਤੂੰ ਨਾ ਰੁਪਈਆਂ ਨੂੰ ਖੁਸ਼ ਸੁੱਟ, ਤੂੰ ਹੋਰ ਦੱਸ। ਜੈਬੂ ਦੇ ਦਿਮਾਗ ਵਿੱਚ ਕੋਈ ਭੂਤ ਨਾ ਚੜਿਆ ਹੋਇਆ ਸੀ। ਰੂਪ ਨੇ ਇੱਕ ਹੱਥ ਨਾਲ ਚਿਹਰਾ ਢੱਕ ਲਿਆ, ਜਿਵੇਂ ਉਹ ਸਮਾਜ ਦੀਆਂ ਗੰਦੀਆਂ ਛਿੱਟਾਂ ਤੋਂ ਆਪਣਾ ਮੂੰਹ ਲੁਕਾ ਲੈਣਾ ਚਾਹੁੰਦੀ ਸੀ। ਜ਼ਹਿਰੀਲੀ ਪੀੜ ਉਸ ਦੇ ਰੋਮ ਵਿੱਚ ਫਿਰ ਗਈ। ਉਸ ਥੋੜੀ ਚੁੱਪ ਪਿੱਛੋਂ ਪੂਰਨ ਸੰਜੀਦਗੀ ਨਾਲ ਆਖਿਆ, ਦੇਖ ਚਾਚਾ, ਇਹ ਤੈਨੂੰ ਦਿਮਾਗ 'ਚੋਂ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਮੈਂ ਤੈਨੂੰ ਕਦੇ ਚਾਚੇ ਤੋਂ ਵੱਧ ਕੁਝ ਨਹੀਂ ਸਮਝਿਆ। ਸੁਣਦਾ ਹੈ? ਤੂੰ ਮੈਨੂੰ ਕਦੇ ਬੰਸੋ ਵਰਗੀ ਧੀ ਆਖਿਆ ਸੀ। ਬੰਸੋ ਵਰਗੀ ਧੀ ਸੁਣ ਕੇ ਜੈਬੂ ਦਾ ਨਸ਼ਾ ਪਤਲਾ ਪੈ ਗਿਆ। ਤੇ ਮੈਂ ਕਦੇ ਤੇਰੇ ਕੋਲੋਂ ਇੱਕ ਪੈਸਾ ਨਹੀਂ ਮੰਗਵਾਇਆ। ਮੈਨੂੰ ਪੈਸੇ ਦੀ ਕਦੇ ਔਖ ਨਹੀਂ ਆਈ, ਸਗੋਂ ਨੇਕੇ ਦੀ ਆਪ ਮਦਦ ਕਰਦੀ ਰਹੀ ਹਾਂ। ਮੈਂ ਤੇਰੀ ਜਾਂ ਹੋਰ ਕਿਸੇ ਦੀ ਇੱਕ ਪੈਸੇ ਦੀ ਵੀ ਰਵਾਦਾਰ ਨਹੀਂ। ਰੂਪ ਨੇ ਪੂਰੀ ਦ੍ਰਿੜਤਾ ਨਾਲ ਕਹਿ ਦਿੱਤਾ। ਜੇ ਠੀਕ ਨੇਕ ਨੇ ਰੁਪਏ ਲਏ ਆ, ਉਹ ਵੀ ਅੱਜ ਤੋਂ ਮੇਰਾ ਭਰਾ ਨਹੀਂ ਰਿਹਾ ਤੇ ਮੈਂ ਤੈਨੂੰ ਕੀ ਆਖਾਂ? ਪਰ ਹੁਣ ਤੂੰ ਜਾ। ਮੈਂ ਕਿਹੜਾ ਕੁਝ ਨਹੀਂ ਕਹਿੰਦੀ, ਮੈਂ ਕਹਿਣਾ ਕੁਝ ਨਹੀਂ ਚਾਹੁੰਦੀ। ਇਸ ਸਮਾਜ ਨੂੰ ਮਰ ਜਾਣਾ ਚਾਹੀਦਾ ਹੈ ਜਿਸ ਵਿੱਚ ਕੁੜੀਆਂ ਨੇ ਆਪਣੀਆਂ ਧੀਆਂ ਆਖਣ ਵਾਲੇ ਧੌਲਦਾੜੇ ਬਦਮਾਸ਼ੀਆਂ ਲਈ ਪ੍ਰੇਰਦੇ ਹੈ। ਰੋਹ ਨਾਲ ਇੰਨੀਆਂ ਗੱਲਾਂ ਆਖ ਉਹ ਭੌਂ ਪਈ। ਗੱਲ ਸੁਣ ਕੇ ਜਾਈ। ਜੈਬੂ ਨੇ ਜਾਂਦੀ ਰੂਪ ਨੂੰ ਅਟਕਾ ਲਿਆ। ਨੇਕ ਤੇਰਾ ਭਰਾ ਏ, ਮੈਂ 300 ਰੁਪਈਆ ਦਿੱਤਾ ਏ, ਤੂੰ ਬਹੁਤੀ ਚਤਰ ਬਣਦੀ ਹੈ, ਮੈਨੂੰ ਹੋਰ ਹੀ ਗੱਲਾਂ 'ਚ ਟਰਕਾਉਂਦੀ ਹੈ। ਮੈਂ ਬਹੁਤ ਚਿਰ ਚੁੱਪਟ ਰੱਖੀ, ਤੇਰੇ ਮੂੰਹ ਵੱਲ ਵੇਂਦਾ ਰਿਹਾ। ਹੁਣ ਤੂੰ ਸਿੱਧੀ ਨੀਤ ਨਾਲ ਕਰਾਰ ਕਰ, ਨਹੀਂ ਮੈਂ ਇੱਥੋਂ ਚੁੱਕ ਕੇ ਲੈ ਜਾਵਾਂਗਾ। ਜੈਬੂ ਆਪਣਾ ਆਪ ਕਹਿ ਕੇ ਹੌਲਾ ਪੈ ਗਿਆ। ਆਖਰੀ ਗੱਲ ਨੇ ਰੂਪ ਦੇ ਪੈਰ ਲਰਜਾ ਦਿੱਤੇ। ਉਸ ਦੇ ਦਿਲ ਨੂੰ ਧੱਕਾ ਜਿਹਾ ਵੱਜਾ, ਪਰ ਉਹ ਪੂਰੇ ਪ੍ਰਭਾਵ ਨਾਲ ਕਿਹਾ, ਤੇਰੇ ਵਰਗੇ ਜੁੱਤੀਆਂ ਵੱਜੇ ਬਿਨਾਂ ਕਦੇ ਸੂਤ ਨਹੀਂ ਆਏ। ਤੇਰੀ ਨੀਤ ਨੂੰ ਇਹ ਵੀ ਪੈ ਜਾਣਗੀਆਂ। ਇੰਨੀ ਗੱਲ ਆਖਦੀ ਉਹ ਅੰਦਰ ਚਲੀ ਗਈ। ਜੈਬੂ ਨੇ
ਜੇਬੂ ਦੇ ਇਰਾਦਿਆਂ ਦੀ ਗੰਗਾ ਬਿਲਕੁਲ ਉਲਟੀ ਸਮਤ ਵਗ ਤੁਰੀ ਸੀ। ਨਸ਼ਾ ਉਸਦਾ ਬਿਲਕੁਲ ਲੈ ਗਿਆ ਸੀ। ਦਾੜੀ ਨੂੰ ਖਿੱਚਦਿਆਂ ਉਸ ਕਈ ਵਾਰ ਭੁੰਜੇ ਥੁੱਕਿਆ। ਉਸ ਨੂੰ ਯਕੀਨ ਹੋ ਗਿਆ ਕਿ ਨੇਕ ਉਸ ਨਾਲ 400 ਵੀ ਕਰਦਾ ਰਿਹਾ। ਰੂਪ ਦੀ ਨੀਂਦ ਹਰਾਮ ਹੋ ਚੁੱਕੀ ਸੀ। 2 ਅੱਖਰ ਪੜ੍ਹਨ ਦਾ ਸਵਾਲ ਨਹੀਂ ਸੀ ਉੱਠਦਾ। ਸੋਚਾਂ ਦੇ ਪਤਾਲ ਵਿੱਚ ਉਤਰ ਤਾਂ ਗਈ, ਪਰ ਬਾਹਰ ਆਉਣ ਲਈ ਸਾਰੇ ਨਾਕੇ ਇੱਕ ਤਰ੍ਹਾਂ ਬੰਦ ਹੋ ਚੁੱਕੇ ਸਨ। 2 ਦਿਨ ਦੇ ਸੰਸੇ ਨੇ ਹੀ ਉਸ ਨੂੰ ਅੱਧੀ ਕਰ ਦਿੱਤਾ। ਪੁੱਛਿਆ ਤਾਂ ਉਸ ਨੂੰ ਕਈ ਸਾਥਣਾਂ ਨੇ, ਪਰ ਸਰਲਾ ਦੀ ਗੱਲ ਉਹ ਕਿਵੇਂ ਟਾਲ ਸਕਦੀ ਸੀ। ਆਖਰ ਗੱਲ ਕੀ ਹੈ ਭੈਣ ਜੀ? ਖਾਂਦੀ ਨਹੀਂ ਤੂੰ ਕੁਝ, ਤੇਰੀ ਸਿਹਤ ਤਾਂ ਠੀਕ ਹੈ। ਮੇਰੇ ਮਿੰਨਾ ਦਰਦ ਹੁੰਦਾ ਰਹਿੰਦਾ ਹੈ। ਰੂਪ ਨੇ ਹਾਲੇ ਵੀ ਗੱਲ ਪੀਣ ਵਿੱਚ ਹੀ ਭਲਾ ਸਮਝਿਆ। ਕੋਈ ਦਵਾ? ਇਹ ਅੱਗੇ ਵੀ ਹੋ ਜਾਂਦਾ, ਆਪੇ ਠੀਕ ਹੋ ਜਾਂਦਾ ਹੈ। ਪਰ ਦਵਾਈ ਲੈਣ 'ਚ ਹਰਜ ਕੀ ਹੈ? ਸਰਲਾ ਨੇ ਉਤਰਿਆ ਚਿਹਰਾ ਵੇਖ ਚਿੰਤਾ ਅਨੁਭਵ ਕੀਤੀ। ਇਸ ਤਰ੍ਹਾਂ ਦੀ ਭੈੜੀ ਪਰਿਸਥਿਤੀ ਰੂਪ ਉੱਤੇ ਕਦੇ ਨਹੀਂ ਆਈ ਸੀ। ਉਸ ਨੂੰ ਸਭ ਤੋਂ ਵੱਡਾ ਡਰ ਇਸ ਗੱਲ ਦਾ ਸੀ ਕਿ ਜੇਬੂ ਕਦੇ ਵੀ ਬੰਦੇ ਲੈ ਕੇ ਆ ਸਕਦਾ ਹੈ। ਉਹ ਲੈ ਕੇ ਸ਼ਾਇਦ ਨਾ ਜਾ ਸਕੇ, ਪਰ ਬਦਨਾਮੀ ਜ਼ਰੂਰ ਹੋਵੇਗੀ। ਪ੍ਰਿੰਸੀਪਲ ਤੇ ਹੋਰ ਮਾਸਟਰਾਂ ਨੂੰ ਪਤਾ ਲੱਗੇਗਾ। ਸ਼ਹਿਰ ਵਿੱਚ ਗੱਲ ਉੱਡੇਗੀ, ਮਾਂ-ਬਾਪ ਕੋਲ ਜਾਵੇਗੀ, ਸਹੁਰੀ ਖਬਰ ਹੋਵੇਗੀ ਤੇ ਕੇਸਰ ਵੀ ਜਾਣੇਗਾ। ਹਾਏ ਰੱਬਾ, ਇਸ ਤੋਂ ਪਹਿਲਾਂ ਮੌਤ ਆ ਜਾਵੇ। ਉਹ ਤਾਂ ਅੱਗੇ ਹੀ ਬੇਸਿਕ ਕਰਨ ਦੇ ਹੱਕ ਵਿੱਚ ਨਹੀਂ ਸਨ। ਪਿਛਲੇ ਦਿਨੀ ਕੇਸਰ ਦੀ ਚਿੱਠੀ ਆਈ ਸੀ ਕਿ ਉਹ ਬਦਲ ਕੇ ਦਿੱਲੀ ਆ ਗਿਆ ਹੈ। ਉਸ ਨੂੰ ਕੀ ਜਵਾਬ ਮੋੜਾਂ? ਜਵਾਬ ਤਾਂ ਫਿਰ ਵੀ ਦਿੱਤਾ ਜਾ ਸਕੇਗਾ, ਪਰ ਇਸ ਗੱਲ ਦਾ ਕੀ ਉਪਾਅ ਕਰਾਂ? ਦਿਸਦਾ ਸੀ ਗੁੰਡੇ ਸਮਾਜ ਅੱਗੇ ਇੱਕ ਨਿਹੱਥੀ ਕੁੜੀ ਕੀ ਕਰ ਸਕਦੀ ਹੈ। ਉਸ ਨੂੰ ਇਉਂ ਜਾਪਦਾ ਜਿਵੇਂ ਕੁੜੀਆਂ ਨੂੰ ਭੈੜ ਕਰਨ ਲਈ ਚੁਫੇਰਿਓਂ ਘੇਰਿਆ ਜਾਂਦਾ ਹੈ, ਪਰ ਆਪਣੇ ਤੌਰ ਤੇ ਕੋਈ ਕੁੜੀ ਸੀਤਾ ਸਵਿਤਰੀ ਤੋਂ ਘੱਟ ਨਹੀਂ ਹੁੰਦੀ। ਇਸ ਸਮਾਜ ਨੂੰ ਜਿੰਨਾ ਸਾੜਿਆ ਜਾਵੇ ਚੰਗਾ ਹੀ ਚੰਗਾ ਹੈ। ਨਿਸ਼ੰਗ ਵਿੱਚ ਆਪੇ ਹੀ ਬਲੀ ਦਿੱਤੀ ਜਾਵੇ। ਬਦਲੇ ਦੀ ਭਾਵਨਾ ਜਾਗ ਪਈ। ਜਦ ਭਾਂਬੜ ਨਰਮ ਪਏ, ਉਸ ਬਲਦੀਆਂ ਲਾਟਾਂ ਚੋਂ ਗੁਰਮੀਤ ਤੇ ਸਮੇਰ ਦੀਆਂ ਚਾਂਗਰਾਂ ਸੁਣੀਆਂ। ਯਕੀਨਨ ਜੋ ਹਾਲ ਵੇਲ ਕੱਟੀ ਜਾਣ ਪਿੱਛੋਂ ਫੁੱਲਾਂ ਦਾ ਹੁੰਦਾ ਹੈ, ਉਹੀ ਮੇਰੇ ਮਗਰੋਂ ਗੁਰਮੀਤ ਤੇ ਸਮੇਰ ਦਾ ਹੋਵੇਗਾ। ਇੱਕ ਮਾਂ ਹਰ ਜ਼ਬਰ ਜਰ ਸਕਦੀ ਹੈ, ਪਰ ਬੱਚੇ ਨੂੰ ਛੱਡ ਕੇ ਆਤਮਘਾਤ ਨਹੀਂ ਕਰ ਸਕਦੀ। ਰੂਪ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਅੱਖਾਂ ਮੀਟਦਿਆਂ ਉਸ ਹਰ ਗਮ ਪੀ ਲਿਆ ਤੇ 2 ਹੰਝੂ ਧਰਤੀ ਦੀ ਸੜਦੀ ਕੁੱਖ 'ਚ ਸਮਾ ਗਏ। ਫੁੱਲਾਂ ਦੇ ਪਿਆਰ ਵਿੱਚ, ਪ੍ਰੇਮੀ ਪਤੀ ਦੇ ਸਾਥ ਵਿੱਚ ਤੇ ਬੇਜੀ ਦੇ ਆਸਰੇ ਵਿੱਚ ਇਹ ਜ਼ਿੰਦਗੀ ਕਿੰਨੀ ਪਿਆਰੀ ਹੈ। ਜਿਉਣ ਲਈ ਰੂਹ ਕਿਵੇਂ ਤੰਗ ਜਾਂਦੀ ਹੈ। ਪਰ ਇਸ ਗੰਦੇ ਸਮਾਜ ਵਿੱਚ ਅਜਿਹੇ ਕੰਡੇ ਵੀ ਹਨ ਜਿਹੜੇ ਫੁੱਲਾਂ ਨੂੰ ਡਾਲ ਨਾਲੋਂ ਵੱਖ ਹੋਣ ਲਈ ਮਜਬੂਰ ਵੀ ਕਰਦੇ ਹਨ। ਜਿਉਣ ਨਿਰਾ ਅੰਮ੍ਰਿਤ ਹੀ ਨਹੀਂ, ਜ਼ਹਿਰ ਵੀ ਹੈ, ਜਿਹੜੀ ਨਾ ਪਚਣ ਦੀ ਸੂਰਤ ਵਿੱਚ ਉੱਪਰ ਛਲਾਈ ਵੀ ਨਹੀਂ ਕੀਤੀ ਜਾ ਸਕਦੀ। ਹੌਂਕਿਆਂ ਦੇ ਸੇਕ ਨੇ ਉਸ ਦੀ ਰੱਤ ਸੁਕਾ ਕੇ ਜਿਲਦ ਬੱਗੀ ਪੀਲੀ ਪਾ ਦਿੱਤੀ। ਅੱਜ ਉਹ ਆਪੇ ਨੂੰ ਸਚਦੇਵ ਕੋਲ ਕੋਠੀ ਜਾਣੋਂ ਨਾ ਰੋਕ ਸਕੀ। ਉਹ ਕੋਈ ਵੀ ਉਪਾਅ ਨਹੀਂ ਸੋਚ ਸਕੀ ਤੇ ਨਾ ਹੀ ਆਉਣ ਵਾਲੀ ਖਤਰਨਾਕ ਘਟਨਾ ਬਾਰੇ ਕੋਈ ਬੰਦੋਬਸਤ ਹੀ ਕਰ ਸਕੀ ਸੀ। ਕੋਈ ਵੀ ਵਾਹ ਨਾ ਜਾਂਦੀ ਵੇਖ ਉਸ ਸਚਦੇਵ ਕੋਲ ਸਾਰੀ ਗੱਲ ਦਾ ਭਾਂਡਾ ਭੰਨ ਦੇਣ ਦਾ ਮਨ ਬਣਾ ਲਿਆ। ਸਚਦੇਵ ਨੇ ਉਸ ਨੂੰ ਦੇਖਦਿਆਂ ਹੀ ਪੁੱਛਿਆ, ਕੁੜੀਏ ਤੈਨੂੰ ਕੀ ਹੋਇਆ? ਬਿਮਾਰ ਰਹੀ ਹੈ? ਨਹੀਂ, ਤੁਸੀਂ ਪੜ੍ਹਾ ਕੇ ਮੇਰੀ ਗੱਲ ਸੁਣ ਕੇ ਜਾਣਾ। ਲੋੜ ਗੋਚਰਾ ਪੜ੍ਹਾ ਲਿਆ, ਤੂੰ ਗੱਲ ਦੱਸ। ਸਚਦੇਵ ਨੇ ਚਿੰਤਾ ਅਨੁਭਵ ਕੀਤੀ। ਫਿਰ ਮੇਰੇ ਨਾਲ ਆਵੋ। ਸਚਦੇਵ ਉੱਠ ਕੇ ਉਸਦੇ ਨਾਲ ਤੁਰ ਪਿਆ। ਰੂਪ ਦੇ ਹੱਥ ਵਿੱਚ ਕਿਤਾਬ ਸੀ। ਵੇਖਣ ਵਾਲਾ ਸਮਝੇ ਰੂਪ ਮਾਸਟਰ ਜੀ ਤੋਂ ਕੋਈ ਔਖੀ ਗੱਲ ਸਮਝ ਰਹੀ ਹੈ। ਉਹ ਦੋਵੇਂ ਸਕੂਲ ਦੀਆਂ ਗਰਾਊਂਡਾਂ ਵੱਲ ਹੋ ਤੁਰੇ। ਉਦਾਸ ਪਈ ਰੂਪ ਨੂੰ ਵੇਖ ਕੇ ਸਚਦੇਵ ਦੀ ਧੜਕਣ ਇੱਕ ਪਲ ਲਈ ਘਟੀ ਨਹੀਂ ਸੀ। ਹਾਂ ਤੂੰ ਛੇਤੀ ਦੱਸ, ਗੱਲ ਕੀ ਹੈ? ਸਚਦੇਵ ਆਪਣੀ ਆਦਤ ਅਨੁਸਾਰ ਕਾਹਲਾ ਸੀ। ਤੁਸੀਂ ਅਜਾਇਬ ਸਿੰਘ ਨੂੰ ਜਾਣਦੇ ਹੋ? ਰੂਪ ਦੇ ਦੱਸਣ ਤੇ ਸਚਦੇਵ ਨੇ ਆਪਣੇ ਜ਼ਿਹਨ ਉੱਤੇ ਜ਼ੋਰ ਪਾਇਆ। ਉਸ ਨੂੰ ਜੈਬੂ ਵੀ ਆਖਦੇ ਐ, 6 ਨੰਬਰ ਗਲੀ 'ਚ ਰਹਿੰਦਾ। ਅੱਛਾ, ਉਹ ਜੈਬੂ ਡਰਾਈਵਰ? ਰੂਪ ਨੇ ਸਿਰ ਹਿਲਾ ਕੇ ਹਾਂ ਆਖੀ। ਮੈਂ ਕਿਹਾ ਜਿਹੜਾ ਅਜਾਇਬ ਸਿੰਘ। ਮਾਸਟਰ ਨੇ ਇਉਂ ਕਿਹਾ ਜਿਵੇਂ ਚੰਗੀ ਤਰ੍ਹਾਂ ਜਾਣਦਾ ਸੀ। ਬਦਮਾਸ਼ ਟਾਈਪ ਬੰਦਾ ਏ, ਸ਼ਰਾਬੀ ਕਬਾਬੀ। ਬਿਲਕੁਲ, ਰੂਪ ਨੇ ਦੱਸਣਾ ਸ਼ੁਰੂ ਕੀਤਾ। ਉਸ ਦਾ ਲੜਕਾ ਸਾਡੇ ਨੇਕ ਦਾ ਜਮਾਤੀ ਸੀ। ਘਰ ਆਉਣ ਜਾਣ ਕਰਕੇ ਨੇਕ ਦੀ ਤੇ ਜੇਬੂ ਦੀ ਵਾਕਫੀ ਹੋ ਗਈ। ਸ਼ਰਾਬ ਦੇ ਪਿਆਲੇ ਦੀ ਸਾਂਝ ਨੇ ਉਹਨਾਂ ਨੂੰ ਯਾਰ ਬਣਾ ਦਿੱਤਾ। ਉਸ ਦੇ ਮੁੰਡੇ ਨੇ ਮੰਗਣੇ ਤੇ ਨੇਕ ਰਾਹੀਂ ਉਹਨਾਂ ਮੈਨੂੰ ਤੇ ਸਰਲਾ ਨੂੰ ਘਰ ਸੱਦ ਲਿਆ। ਨੇਕ ਉਹਨੂੰ ਚਾਚਾ ਆਖਦਾ ਸੀ। ਮੇਰਾ ਵੀ ਉਹ ਮੱਲੋ ਮੱਲੀ ਚਾਚਾ ਬਣ ਬੈਠਾ। ਮੂੰਹੋਂ ਤਾਂ ਉਹ ਧੀ ਆਖਦਾ ਰਿਹਾ, ਪਰ ਅੱਖਾਂ ਉਸਦੀਆਂ ਮੁੱਢ ਤੋਂ ਹੀ ਬਦਨੀਅਤ ਸਨ। 10ਵੀਂ ਤੱਕ ਮੈਂ ਤੁਹਾਡੇ ਕੋਲੋਂ ਲੁਕਾ ਰੱਖਿਆ। ਹੁਣ ਵੀ ਮੈਂ ਤੁਹਾਡੇ ਕੋਲ ਹੀ ਜ਼ਿਕਰ ਕੀਤਾ ਹੈ।
ਮੈਂ ਸਮਝੀ ਜਾ ਰਿਹਾ ਹਾਂ, ਤੁਸੀਂ ਕੋਈ ਖਿਆਲ ਨਾ ਕਰੋ। ਮਾਸਟਰ ਨੇ ਆਪਣੀ ਵੱਲੋਂ ਤਸੱਲੀ ਦਵਾਈ। ਇਮਤਿਹਾਨ ਦੇ ਕੇ ਮੈਂ ਪਿੰਡ ਚਲੀ ਗਈ। ਹੁਣ ਉਸਨੂੰ ਫਿਰ ਪਤਾ ਲੱਗ ਗਿਆ ਕਿ ਮੈਂ ਮਿਸ਼ਨ ਸਕੂਲ 'ਚ ਹਾਂ। ਕੁਝ ਦਿਨ ਹੋਏ, ਫੜ ਲੈ ਕੇ ਪ੍ਰਿੰਸੀਪਲ ਦੀ ਕੋਠੀ ਆ ਗਿਆ। ਮੈਂ ਆਪਣੀ ਭਤੀਜੀ ਨੂੰ ਮਿਲਣਾ ਹੈ। ਅੱਛਾ, ਸਾਲਾ ਬਦਮਾਸ਼। ਹੈਰਾਨੀ 'ਚ ਮਾਸਟਰ ਰੂਪ ਦੀ ਗੱਲ ਕੱਟ ਗਿਆ। ਮੈਨੂੰ ਪ੍ਰਿੰਸੀਪਲ ਸਾਹਮਣੇ ਚਾਚਾ ਕਹਿਣਾ ਪੈ ਗਿਆ ਤੇ ਫਲ ਵੀ ਲੈਣੇ ਪੈ ਗਏ। 4 ਦਿਨ ਹੋਏ, ਉਹ ਮੈਨੂੰ ਗੇਟ ਦੇ ਬਾਹਰ ਸੱਦਿਆ। ਮੈਂ ਇਰਾਦੇ ਨਾਲ ਚਲੀ ਗਈ ਕਿ ਉਸਦੀ ਲਾਪਾ ਕਰਕੇ ਇਸ ਡਰਾਮੇ ਨੂੰ ਹਮੇਸ਼ਾ ਲਈ ਖਤਮ ਕਰ ਦੇਵਾਂ। ਉਹ ਮੈਨੂੰ ਇਹ ਕਹਿ ਕੇ ਫਿਕਰ ਪਾ ਦਿੱਤਾ ਕਿ ਮੈਂ ਤੈਨੂੰ ਚੁੱਕ ਕੇ ਲੈ ਜਾਣਾ ਏ, ਨਹੀਂ ਤਾਂ ਮੇਰੇ ਨਾਲ ਤੁਰ ਪਾ। ਰੂਪ ਨੇ ਨੇਕ ਦੇ ਪੈਸੇ ਖਾਣ ਵਾਲੀ ਗੱਲ ਨਾ ਦੱਸੀ ਤੇ ਅਗਾਂਹ ਆਖਣ ਲੱਗੀ, ਕ੍ਰਿਸ਼ਨਾ ਦੇ ਕੇਸ ਤੋਂ ਡਰਦੀ ਮੈਂ ਪ੍ਰਿੰਸੀਪਲ ਕੋਲ ਨਹੀਂ ਆਖਦੀ। ਅਖੀਰ ਮੈਂ ਤੁਹਾਡੇ ਕੋਲ ਫੁੱਟੀ ਹਾਂ। ਸੌ ਮੈਂ ਨਹੀਂ ਸਕਦੀ, ਰੋਟੀ ਮੈਂ ਨਹੀਂ ਖਾ ਸਕਦੀ ਤੇ ਪੜ੍ਹਨ ਦਾ ਤਾਂ ਨਾਂ ਹੀ ਨਾ ਲਓ। ਤੂੰ ਇਸ ਬਿਮਾਰੀ ਨੂੰ ਵਧਣ ਕਿਉਂ ਦਿੱਤਾ? ਪਹਿਲਾਂ ਨਾ ਦੱਸਿਆ। ਸਚਦੇਵ ਨੂੰ ਥੋੜਾ ਗੁੱਸਾ ਪ੍ਰਗਟ ਕੀਤਾ। ਮਾਸਟਰ ਜੀ, ਮੈਂ ਦੱਸਦੀ ਕਿਵੇਂ? ਜਿਵੇਂ ਹੁਣ ਦੱਸਿਆ। ਇਹਨਾਂ ਗੁੰਡਿਆਂ ਨੂੰ ਤਾਂ ਡਾਂਗ ਹੀ ਸੂਤ ਕਰਦੀ ਹੈ। ਕਾਨੂੰਨ ਵੀ ਕਈ ਵਾਰੀ ਇਹਨਾਂ ਅੱਗੇ ਅੱਖਾਂ ਮੀਟ ਲੈਂਦਾ। ਮਾਸਟਰ ਨੇ ਹਿੱਕ ਥਾਪੜਦਿਆਂ ਹੌਸਲਾ ਦਿੱਤਾ। ਇਹਦੀ ਐਸੀ ਤੇਸੀ ਉਂਗਲ ਕਰਦੇ ਦੀ, ਤੂੰ ਇੱਕ ਵਾਰ ਮੇਰੇ ਨਾਲ ਪ੍ਰਿੰਸੀਪਲ ਕੋਲ ਆ। ਪ੍ਰਿੰਸੀਪਲ ਕੋਲ? ਰੂਪ ਫਿਰ ਡਰ ਗਈ। ਮੈਂ ਹਰ ਗੱਲ ਦਾ ਜ਼ਿੰਮੇਵਾਰ ਹਾਂ, ਤੂੰ ਆ ਸਹੀ। ਗੁੱਸੇ ਤੇ ਰੋਹ ਵਿੱਚ ਸਚਦੇਵ ਦੀਆਂ ਕਦਮਾਂ ਕਾਹਲੀਆਂ ਸਨ। ਉਸਨੇ ਇੱਕ ਬੂਟ ਦਾ ਤਲਾ ਮੁਰੰਮਤ ਖੁਣੋਂ ਪਾੜਦਾ ਜਾ ਰਿਹਾ ਸੀ। ਉਹ ਦੋਵੇਂ ਉਸੇ ਤਰ੍ਹਾਂ ਪ੍ਰਿੰਸੀਪਲ ਕੋਲ ਆ ਗਏ। ਸ਼੍ਰੀਮਾਨ ਜੀ, ਇਸ ਕੁੜੀ ਨੂੰ ਜਾਣਦੇ ਹੋ? ਸਚਦੇਵ ਦੀ ਗੱਲ ਸੁਣ ਕੇ ਪ੍ਰਿੰਸੀਪਲ ਮੁਸਕਰਾ ਪਿਆ। ਉਸਦਾ ਮਤਲਬ ਸੀ, ਤੂੰ ਗੱਲ ਕਰ। ਇਹ ਕੁੜੀ ਮੇਰੀ ਸ਼ੇਸ਼ੀ ਨਹੀਂ, ਸਿਸਟਰ ਵੀ ਹੈ। ਇੱਕ ਸ਼ਹਿਰ ਦਾ ਬਦਮਾਸ਼ ਇਸ ਨੂੰ ਤੰਗ ਕਰਦਾ ਹੈ। ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਲਾਜ ਤੁਸੀਂ ਕਰਨਾ ਹੈ ਜਾਂ ਅਸੀਂ ਸ਼ਾਮ ਤੱਕ ਕਰ ਦਈਏ, ਬਸ ਗੱਲ ਇੰਨੀ ਹੈ। ਇਤਨਾ ਗਰਮ ਹੋਣੇ ਕੀ ਕਿਆ ਬਾਤ ਹੈ ਸਚਦੇਵ? ਪ੍ਰਿੰਸੀਪਲ ਨੇ ਮਾਸਟਰ ਨੂੰ ਠੰਡਿਆ ਕੀਤਾ। ਬਾਤ ਕਿਆ ਹੈ ਬੀਬੀ ਜੀ? ਇੱਥੇ ਆ ਕੇ ਤੰਗ ਕਰਦਾ ਏ। ਜੇ ਮੇਰਾ ਭੋਰਾ ਜਿੰਨਾ ਵੀ ਕਸੂਰ ਨਿਕਲੇ, ਮੈਂ ਮਰਨ ਲਈ ਤਿਆਰ ਹਾਂ। ਰੂਪ ਦੀਆਂ ਅੱਖਾਂ ਭਰ ਆਈਆਂ। ਪ੍ਰਿੰਸੀਪਲ ਸਾਹਿਬ, ਮੈਂ ਗਲਤ ਬੰਦੇ ਬਾਰੇ ਕਦੇ ਸਟੈਂਡ ਨਹੀਂ ਲਈ। सचदेव ने मेज पे मुक्की मारी। प्रिंसिपल ने उठ के कुड़ी दा मोढा थापड़िया। बेटी, घबराने की कोई बात नहीं। जब भी ऐसी वैसी बात हो मुझे फौरन पता करना। जो तुहाडी हाजिरी विच भी एक बार आया सी। रूप दे अंदर हाले भी एक डर कंबा छेड़ रहा सी। अरे मुझे कुछ याद नहीं, दोबारा खबर करना। अगर बाहर से बदमाश तंग करने लगे तो तुम्हारा इंस्टीट्यूट कैसे चलेगा? प्रिंसिपल ने सचदेव वाल मुंह घुमाया। और कोई बात मास्टर जी? बस जी, होर सब मेहरबानी। एक कंडा जरूर कढ़ना है, सब ठीक हो जाएगा। प्रिंसिपल ने दोवें हथ हिलाए। रूप ते सचदेव प्रिंसिपल नूं सत्कार दे के बाहर आ गए। रूप हौसला कर आई, जिवें कुछ चंगा होने की राह खुल गई सी। थोड़े दिनों पिछों बुलावी हथ रूप नूं फिर सुनेहा आ गया कि बाहर उसका चाचा मिलना चाहता है। रूप बुलावी नूं नाल लैके प्रिंसिपल साहब कोल चली गई। जी उही बंदा आया है, रूप ने प्रिंसिपल नूं याद करवाया। इन्हां हथ सुनेहा आया है, बाहर गेट ते खलोता है। दारो, उनको मेरे पास बुला लाओ। प्रिंसिपल ने बुलावी नूं हुक्म दिता। दारो चली गई। प्रिंसिपल ने रूप नूं नाल दे कमरे 'च बैठण दा इशारा दिता। रूप नाल दे कमरे विच कुर्सी ते बह गई। उसकी छाती 'च बेआवाज़ बंब पाटे जा रहे सन। उसकी होश चकराई पई सी। पता नहीं की होण वाला है, पर कुछ होवेगा जरूर। खबरे उस पैसे लेने कह देवे, खबरे उस पैसे लेने कह देवे। वो घबरा गई। उसका साह काला पिया होया सी। उसनूं रह रह शक्कां मार रही सन कि सिट्टा पता नहीं की निकले। 2 मिनट पिछों ही दारो दफ्तर अंदर वापस आ गई। जी वो आ गए, उनको भेज दो और आप जाओ। प्रिंसिपल ने अपने काम की नीवी चो कहा। झट पिछों ही अजायब सिंह ने सत श्री अकाल आखी। बैठ जाओ सरदार जी। प्रिंसिपल ने दा बोल अति नरम ते संजीदा सी। रूप की धड़कन पल पल तेज होंदी जा रही सी। सरदार शमणे दा टौर सजाई कुर्सी ते डट गया। उसनूं आस नहीं सी रूप शिकायत करन दा जेरा भी करेगी, क्योंकि हुण तक वो हर गल पींदी रही सी। प्रिंसिपल ने कलम रख के पुछना शुरू कर दी। क्या नाम है आपका? जी अजायब सिंह। दौलत खाना? सरदार दे सेंट दी सुगंधी प्रिंसिपल दे थके दिमाग नूं प्रफुल्लित कर रही सी। जी इत्थे मुग गई है। क्या काम करते हो?
जी मेरे ट्रक हैं। ਜੇਬੂ ਨੂੰ ਦਾਲ 'ਚ ਕਾਲਾ ਰੜਕਣ ਲੱਗ ਪਿਆ। ਕਿਆ ਕੰਮ ਆਏ ਹੋ? ਪ੍ਰਿੰਸੀਪਲ ਦੇ ਸ਼ਬਦਾਂ 'ਚ ਲਗਾਤਾਰ ਸਖਤ ਚੜਾਅ ਆਈ ਜਾ ਰਿਹਾ ਸੀ। ਜੀ मैं अपनी भतीजी ਨੂੰ ਮਿਲਣ ਆਇਆ ਹਾਂ। ਜੇਬੂ ਬੋਲਦਾ ਬੋਲਦਾ ਥੜਕ ਗਿਆ। कैसी भतीजी? आशिकी बनाते हो, बदमाशी करते हो? अभी सब मालूम हो जाएगा। प्रिंसीपल करड़ा हो गया। नहीं जी। ਜੇਬੂ घबरा गया। उसकी सुध मारी जान लगी। प्रिंसीपल ने टैलीफोन चुक लिया ते बटन दबाया, बोलिया हैलो प्लीज़ आई वांट DSP ऑफिस। DSP ऑफिस सुनदियां ही ਜੇਬੂ ਦੀਆਂ ਲੱਤਾਂ ਕੰਬਣ ਲੱਗ ਪਈਆਂ। ਉਹ ਇੱਕਦਮ ਕੁਰਸੀ ਤੋਂ ਉੱਠਦਿਆਂ ਪ੍ਰਿੰਸੀਪਲ ਦੇ ਪੈਰ ਫੜ ਲਏ। ਮਾਪਿਓ ਬਖਸ਼ ਲਓ, ਮੈਂ ਮੁੜ ਕੇ ਨਹੀਂ ਆਉਂਦਾ। ਮਿੰਨਤ ਨਾਲ ਸਾਹਿਬ ਮੈਂ ਮਾਰਿਆ ਜਾਊਂ। ਜੇਬੂ ਦੀਆਂ ਲਿਲੜੀਆਂ ਸੁਣ ਕੇ ਰੂਪ ਇੱਕ ਵਾਰ ਹੀ ਕੁਰਸੀ ਚੋਂ ਨਵੀਂ ਰੋਈ ਹੋ ਕੇ ਉੱਠ खलोती। तुम जैसे गुंडे लड़कियों को तंग करते रहें, ये स्कूल कैसे चलेगा? मैं तुमको पुलिस को दिए बगैर नहीं छोड़ूंगा। प्रिंसीपल ਦਾ ਟੈਲੀਫੋਨ ਤੇ ਹੱਥ ਰੱਖਿਆ ਹੋਇਆ ਸੀ। ਜੇਬੂ ਨੇ ਹੱਥ ਜੋੜੇ ਹੋਏ ਸਨ। ਉਸ ਦਾ ਲੂੰ ਪੁਲਿਸ ਦੀ ਮਾਰ ਤੋਂ ਲਰਜਾਈ ਜਾ ਰਿਹਾ ਸੀ। ਸਾਹਿਬ ਮਾਫ ਕਰ ਦਿਓ, ਇੱਕ ਵਾਰ ਮਾਫ ਕਰੋ। ਜੇ ਮੈਨੂੰ ਸੜਕਾਂ ਤੇ ਹੀ ਦੇਖ ਲਓ, ਨਿਸ਼ੰਗ ਖੇਤ ਪਈ ਗਧੀ ਵਾਂਗ ਕਰੋ। ਕਾਨ ਪਕੜੋ। ਜੇਬੂ ਨੇ ਸੁਣਦੇ ਹੀ ਝੱਟ ਦੋਵੇਂ ਲੋਲਾਂ ਫੜ ਲਈਆਂ। कहो स्कूल की सब बच्ची मेरी बेटियां हैं, सब बच्चियां मेरियां बेटियां हैं। जेबू उस तरह ही दोहरा गया। निकल जाओ यहाँ से। प्रिंसीपल ने इन्नी जोर की दबका मारिया कि जेबू ने दरवाजे तक पैर ही न लगे। वो लम्मियां ते कालियां कदमां नाल स्कूल का विहड़ा ही चीर गया। रूप अपने आप प्रिंसीपल के दफ्तर आ गई ते हत्थ जोड़दियां बोली, जी तुहाडी बहुत मेहरबानी। बेटी मेहरबानी की क्या बात है, यहाँ हम आपके मास्टर ही नहीं माँ बाप भी हैं, और आपका भी फर्ज है मिशन स्कूल का नाम ऊंचा करें। प्रिंसीपल ने अपने फर्ज वजों कुछ सिक्ख्या दी। अच्छा जाओ। हुलास भरी छाती नाल रूप वापस आ रही सी। हजारां मन भार उसके दिल दिमाग तो लै गया सी। हुण उसनूं पूर्ण तसल्ली हो गई सी कि बदमाश अख नहीं चुकेगा। उसके होठां चों मुस्काना दा सूरज चढ़ पिया। 1 महीने की सिरदर्दी पिछों रूप का दिमागी पद्धर सावा हो गया। उस होर महीने भर विच पढ़ाई के खप्पे नूं पूर लिया। पढ़ाई बराबर आ जाण ते जेबू का सतावा मुक जाण पिछों उसकी सेहत भी आप ठीक हो गई। हुण ये हालत सी, सरला ते उसदियां साथणां रूप तो खुशी उधार लैंदियां सन। वो किसी भी विद्यार्थी के काम आके प्रसन्नता अनुभव करती सी। स्कूल विच अनपढ़ता ड्रामा खेडण दीआं तैयारियां होण लगियां। रूप ने ड्रामे 'ਚ हिस्सा लिया ते कुदरती रोल दे के ਸਾਰੇ ਸਕੂਲ ਵਿੱਚ ਮੁਖੀ ਕੁੜੀ ਵਾਂਗ ਸਤਿਕਾਰੀ ਜਾਣ ਲੱਗੀ। ਹਰ ਚੜ੍ਹਦਾ ਸੂਰਜ ਉਸਦੇ ਮਾਣ ਵਿੱਚ ਵਾਧਾ ਕਰ ਰਿਹਾ ਸੀ। ਕਲਾਸ ਵਿੱਚ ਅਜਿਹੀ ਕੋਈ ਨਹੀਂ ਆਉਂਦੀ ਸੀ ਜਿਸ ਨੂੰ ਸਮਝ ਨਹੀਂ ਸਕਦੀ ਸੀ। ਅਜਿਹੀ ਕੋਈ ਚੀਜ਼ ਨਹੀਂ ਆਉਂਦੀ ਸੀ ਜਿਸ ਨੂੰ ਸਮਝ ਨਹੀਂ ਸਕਦੀ ਸੀ। ਸਾਰੀ ਜਮਾਤ ਵਿੱਚ ਹੁਣ ਉਹ ਦਰਮਿਆਨੀ ਪੱਧਰ ਦੀ ਕੁੜੀ ਸੀ। ਇਹਨਾਂ ਦਿਨਾਂ ਵਿੱਚ ਖੁਸ਼ੀ ਵਾਲੀ ਇੱਕ ਹੋਰ ਘਟਨਾ ਵਾਪਰੀ ਜਿਸ ਉਸ ਨੂੰ ਪਾਗਲ ਬਣਾ ਦਿੱਤਾ। ਭਗਵੰਤ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੀ ਰਾਹ ਵਿੱਚ ਉਤਰ ਪਈ ਸੀ ਤੇ ਉਸ ਨੂੰ ਸਕੂਲ ਮਿਲਣ ਆਈ ਸੀ। रूप ने भैन नूं देखदियां सार किताबां वगाह मारियां ते भगवंत नूं जफ्फी चों ना छड्डे। भगवंत ने बच्चों की सुख शांत पूछी। सब ठीक है, ये मेरा किवें हो गईयां? रूप भगवंत नूं जफ्फी च लैके मंजे ते डिग पई। सरला खड़ी किवें दी है? टक छाप तो चाह नाल जो मिलदा है लै आ। सरला सुणदे सार चली गई। भगवंत ने रूप की इस लाइन की बड़ी प्रशंसा की। चाह पीण पिछों उस रूप नूं बाहर कढ के मतलब की गल छेड़ी। तेरे आखण ते मैं मुंडा फिरोजपुर वेख आई हाँ, मैनू पसंद है, होर सब ठीक है, एक सहुरे दे नुक्स बिना। रूप ने हसदियां आख्या। बुढ़ा मरूगा तो उदों। वो दोवें जोर नाल हस पईयां। बुढ़ा सारिਆਂ ਨੂੰ मार के भावें मरे, जिथे तू है उत्थे मेरी सुखों नूं तकलीफ नहीं होवेगी। भगवंत ने तसल्ली नाल कहा। रूप चंगे मुंडे भाले नहीं मिलते। 2-3 घंटे ठहर के भगवंत चली गई। रात रहन लई रूप भी स्कूल के डिसिपलिन की बन्नी जोर पा के ना आख सकी। तारे दे रिश्ते की गल उन्हां विचकार एक तरह पक्की हो गई सी। जद रूप भगवंत नूं रेल चढ़ा के वापस आई, केरते ही चपड़ासी ने सरला की चिट्ठी उस वल वधा दित्ती। रूप ने बाहरले पते वल सरसरी नज़र मारी। एड्रैस अणजाण हत्थां दा लिखिया होया सी। ਇਹ खत सरला दे मास्टर पिता का बिल्कुल नहीं सी।
ਉਹ ਹਮੇਸ਼ਾ ਉਰਦੂ ਵਿੱਚ ਪਤਾ ਲਿਖਿਆ ਕਰਦੇ ਸਨ ਤੇ ਇਸ ਲਿਫਾਫੇ ਉੱਤੇ ਵਿੰਗੀ ਟੇਢੀ ਅੰਗਰੇਜ਼ੀ ਲਿਖੀ ਹੋਈ ਸੀ। ਸਰਲਾ ਨੇ ਰੂਪ ਦੀ ਅਪਣੱਤ ਵਿੱਚ ਲਿਫਾਫਾ ਖੋਲ੍ਹ ਲਿਆ। ਸਰਸਰੀ ਨਜ਼ਰ ਮਾਰਦਿਆਂ ਇਸ ਨੂੰ ਡੂੰਘੀ ਸ਼ੱਕ ਪੈ ਗਈ। ਉਸ ਨੇ ਵਿਕਲੇ ਜਾ ਕੇ ਖਤ ਪੜ੍ਹਨਾ ਸ਼ੁਰੂ ਕਰ ਦਿੱਤਾ। ਪੰਡਤ ਜੀ ਮਹਾਰਾਜ, ਸਾਹ ਨਾਲ ਯਾਦ ਕਰੀਦਾ ਏ। ਤੂੰ ਪਤਾ ਨਹੀਂ ਕਦੇ ਚੇਤੇ ਕਰਦੀ ਹੈ ਕਿ ਨਹੀਂ। ਸਵਾਰੀਆਂ ਨੂੰ ਟਿਕਟਾਂ ਦਿੰਦਿਆਂ ਵੀ ਧਿਆਨ ਤੇਰੇ 'ਚ ਹੀ ਹੁੰਦਾ ਏ। ਤੂੰ ਪਤਾ ਨਹੀਂ ਕੀ ਤਵੀਤ ਪਿਆਏ ਹੈ। ਚਿੱਠੀ 'ਚੋਂ ਧਿਆਨ ਛੱਡ ਕੇ ਰੂਪ ਨੇ ਮਨ ਵਿੱਚ ਸੋਚਿਆ, ਨੇਕ ਤੋਂ ਬਿਨਾਂ ਕੌਣ ਹੋ ਸਕਦਾ ਹੈ। ਇਹ ਲਿਖਤ ਵੀ ਨੇਕ ਦੀ ਹੀ ਜਾਪਦੀ ਹੈ। ਕਿਚਮਿਦ ਉਸ ਅੱਗੇ ਪੜ੍ਹਿਆ, ਲੈਲਾ ਲੈਲਾ ਪੁਕਾਰੂ ਮੈਂ 92 ਵਾਲੀ ਗੱਲ ਹੋਈ ਏ। ਪਿਛਲੇ ਸ਼ਨੀਚਰ ਇਕੱਠਿਆਂ ਹੀ ਸਿਨੇਮਾ ਵੇਖਿਆ, ਜ਼ਿੰਦਗੀ ਦਾ ਲੁਤਫ ਆ ਗਿਆ। ਜੇ ਸ਼ਨੀਚਰ ਵੀ ਮਿਹਰਬਾਨੀ ਹੋ ਜਾਵੇ ਤਾਂ ਸਾਰਾ ਹਫ਼ਤਾ ਗੁਣ ਗਾਏ ਜਾਣਗੇ। ਮੈਂ ਸ਼ਨੀਚਰ ਨੂੰ ਰੈਸਟ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਨਹੀਂ, ਮੇਰੀ ਵੱਲੋਂ ਪੱਕੀ ਸਮਝੋ। ਤੂੰ ਬਹਾਨਾ ਨਾ ਬਣਾ ਲਵੀਂ। ਜਿਹੜਾ ਨਾ ਆਵੇ ਉਸ ਨੂੰ ਮਾਤਾ ਦੀ ਸਹੁੰ ਲੱਗੇ। ਤੇਰੇ ਪਿਆਰ ਦਾ ਸ਼ਦਾਈ ਬਸ ਤੇਰਾ ਹੀ। ਚਿੱਠੀ ਪੜ੍ਹ ਜਾਣ ਪਿੱਛੋਂ ਰੂਪ ਨੇ ਡੂੰਘਾ ਸਾਹ ਭਰਿਆ। ਚਲਾਕ ਤਾਂ ਬੜਾ ਏ, ਨਾਂ ਨਹੀਂ ਲਿਖਿਆ ਵੀ ਚਿੱਠੀ ਫੜੀ ਜਾਣ ਤੇ ਮੰਨਣਾ ਨਾ ਪੈ ਜਾਵੇ। ਖੈਰ, ਇਸ ਵਿੱਚ ਨਾ ਮੰਨਣ ਵਾਲੀ ਕਿਹੜੀ ਗੱਲ ਰਹਿ ਗਈ ਏ। ਉਸ ਤੈਅ ਕਰਦਿਆਂ ਚਿੱਠੀ ਲਿਫਾਫੇ ਵਿੱਚ ਪਾ ਲਈ ਤੇ ਲਿਫਾਫਾ ਜੇਬ ਵਿੱਚ ਦੇ ਲਿਆ। ਉਹ ਸਰਲਾ ਤੇ ਨੇਕ ਦੇ ਬਾਰੇ ਕਿੰਨਾ ਹੀ ਚਿਰ ਗੰਭੀਰ ਸੋਚਦੀ ਰਹੀ। ਇਹ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ। ਇਸ ਸਬੰਧ ਵਿੱਚ ਉਸ ਨੂੰ ਕਈ ਆਪਣੀਆਂ ਵੀ ਬੇਵਕੂਫੀਆਂ ਯਾਦ ਆਈਆਂ। ਨੇਕ ਉੱਤੇ ਉਸ ਨੂੰ ਭੋਰਾ ਅਫਸੋਸ ਨਹੀਂ ਸੀ। ਉਹ ਬਹੁਤ ਸਮੇਂ ਤੋਂ ਉਸ ਨੂੰ ਗਿਆ ਆਇਆ ਮੁੰਡਾ ਸਮਝ ਚੁੱਕੀ ਸੀ, ਪਰ ਸਰਲਾ ਉੱਤੇ ਗੁੱਸਾ ਉਸ ਨੂੰ ਤਿਣੀਆਂ ਲੈ ਚੜ੍ਹਦਾ ਸੀ। ਸ਼ਾਮ ਤੱਕ ਉਹ ਸਰਲਾ ਨਾਲ ਕੋਈ ਗੱਲ ਨਾ ਕੀਤੀ ਤੇ ਨਾ ਹੀ ਉਸ ਨੂੰ ਚਿੱਠੀ ਦਿੱਤੀ। ਜਦ ਉਸ ਆਪਣੇ ਵਲਵਲਿਆਂ ਨੂੰ ਗੰਭੀਰਤਾ ਨਾਲ ਸੈੱਟ ਕਰ ਲਿਆ, ਤਦ ਰਾਤੀ ਉਸ ਨੂੰ ਬਿਸਤਰੇ 'ਚ ਵੜਦੀ ਨੂੰ ਉਠਾ ਲਿਆ ਤੇ ਬਾਹਰ ਸੈਰ ਦੇ ਬਹਾਨੇ ਲੈ ਗਈ। ਠੰਡਾਂ ਉਤਰ ਆਈਆਂ ਸਨ। ਚੰਨ ਦੀਆਂ ਉਸੀਨ ਕਿਰਨਾਂ ਨੇ ਤੇ ਨਿੰਮ ਦੀ ਸੰਘਣੀ ਛਾਂ ਨੂੰ ਥਾਂ ਤੇ ਪਾੜ ਸੁੱਟਿਆ ਸੀ। ਸਰਲਾ, ਮੈਂ ਤੇਰੇ ਨਾਲ ਇੱਕ ਗੱਲ ਕਰਨ ਲੱਗੀ ਹਾਂ। ਰੂਪ ਨੇ ਸਰਲਾ ਨੂੰ ਗੱਲ ਕਹਿ ਕੇ ਹੈਰਾਨ ਕਰ ਦਿੱਤਾ। ਪਰ ਗੱਲ ਕਰਨ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦੀ ਹਾਂ, ਮੈਨੂੰ ਤੇਰੇ ਤੇ ਕਿੰਨਾ ਕੁ ਭਰੋਸਾ ਹੈ ਕਿ ਤੈਨੂੰ ਮੇਰੇ ਤੇ ਕਿੰਨਾ ਕੁ ਭਰੋਸਾ ਹੈ। ਬਹੁਤ, ਸਰਲਾ ਸੁਭਾਵਕ ਕਹਿ ਗਈ। ਪਿਆਰ? ਰੂਪ, ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਮੈਂ ਤੈਨੂੰ ਸਕੀਆਂ ਭੈਣਾਂ ਨਾਲੋਂ ਵੀ ਵੱਧ ਸਮਝਦੀ ਹਾਂ। ਹੁਣ ਸਰਲਾ ਥੋੜੀ ਦੁਖੀ ਹੋ ਗਈ ਸੀ। ਝੂਠ ਤਾਂ ਨਹੀਂ ਬੋਲੇਂਗੀ? ਰੂਪ ਨੇ ਉਸਦੇ ਮੋਢੇ ਉੱਤੇ ਹੱਥ ਰੱਖ ਦਿੱਤੇ। ਸਰਲਾ ਨੇ ਬਿਨਾਂ ਕੋਇਆਂ ਹੀ ਸਿਰ ਹਿਲਾ ਕੇ ਨਹੀਂ ਆਖਿਆ। ਪਿਛਲੇ ਸ਼ਨੀਚਰ ਕਿਹਦੇ ਨਾਲ ਸਿਨੇਮਾ ਗਈ ਸੀ? ਸਰਲਾ ਦਾ ਮੂੰਹ ਖੁੱਲ੍ਹ ਕੇ ਰਹਿ ਗਿਆ। ਦਿਲ ਦੇ ਲਹੂ ਵਿੱਚ ਤੂਫਾਨੀ ਲਹਿਰਾਂ ਜਾਗ ਪਈਆਂ। ਉਹ ਕੋਈ ਜਵਾਬ ਨਾ ਦੇ ਸਕੀ। ਰੂਪ ਨੇ ਉਸਦੇ ਮੋਢੇ ਕੁੱਟ ਕੇ ਹਿਲਾਉਣੇ। ਸਰਲਾ ਦੀ ਰਹਿੰਦੀ ਖੂੰਦੀ ਹੋਸ਼ ਵੀ ਮਾਰੀ ਗਈ। ਖੈਰ, ਨਾ ਦੱਸ, ਕੋਈ ਗੱਲ ਨਹੀਂ, ਪਰ ਇਸ ਦਾ ਨਤੀਜਾ ਕਦੇ ਸੋਚਿਆ ਹੈ? ਰੂਪ ਦਾ ਸ਼ਬਦ ਸਰਲਾ ਦੀ ਹਮਦਰਦੀ ਵਿੱਚ ਭਿੱਜਾ ਹੋਇਆ ਸੀ। ਭੈਣ, ਮੈਨੂੰ ਮਾਫ ਕਰ ਦੇ। ਮਾਤਾ ਦੀ ਸਹੁੰ, ਮੈਂ ਭੁੱਲ ਕੇ ਵੀ ਅਜਿਹੀ ਗਲਤੀ ਨਹੀਂ ਕਰਾਂਗੀ। ਸਰਲਾ ਨੂੰ ਕੰਬਣੀ ਛਿੜੀ ਹੋਈ ਸੀ। ਉਹ ਇਹ ਵੀ ਡਰਦੀ ਸਮਝ ਗਈ, ਰੂਪ ਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ। ਜੇ ਮੈਂ ਤੈਨੂੰ ਭੈਣ ਨਾ ਸਮਝਦੀ ਹੁੰਦੀ, ਕਦੇ ਤੇਰੇ ਨਾਲ ਗੱਲ ਨਾ ਕਰਦੀ। ਰੂਪ ਨੇ ਹੌਂਕਾ ਲੈ ਕੇ ਆਖਿਆ। ਨੇਕ ਬੇਹੱਦ ਭੈੜਾ ਮੁੰਡਾ ਹੈ। ਤੂੰ ਆਪਣੇ ਆਪ ਨੂੰ ਕਦੇ ਵੀ ਤਬਾਹ ਕਰ ਲਵੇਂਗੀ। ਜੇ ਤੈਨੂੰ ਆਪਣੇ ਆਪ ਦਾ, ਮੇਰਾ, ਮਾਂ-ਬਾਪ ਦਾ ਅਤੇ ਸਮਾਜ ਡੋਰੀ ਦਾ ਜਿੰਨਾ ਵੀ ਖਿਆਲ ਹੈ, ਤਦ ਨੇਕ ਵਰਗੇ ਬਦਚਲਣ ਮੁੰਡੇ ਦਾ ਦਿਮਾਗ 'ਚੋਂ ਖਿਆਲ ਤੱਕ ਨਾ ਲਿਆਈ। ਇਹ ਜ਼ਿੰਦਗੀ ਬਰਬਾਦ ਕਰ ਦੇਣ ਲਈ ਨਹੀਂ ਤੇ ਨਾ ਹੀ ਇਸ ਦਾ ਸੱਚਾ ਸੁੱਚਾ ਪਿਆਰ ਵਿਵਚਾਰ ਬਣਾ ਦੇਣ ਲਈ ਹੈ। ਨਹੀਂ, ਸਰਲਾ ਰੋਣ ਹਾਕੀ ਅਵਸਥਾ ਵਿੱਚੋਂ ਇਉਂ ਕਹਿ ਗਈ ਜਿਵੇਂ ਉਸ ਦਾ ਸਵੱਛਤਾ ਵਿੱਚ ਰਤੀ ਜਿੰਨੀ ਵੀ ਮੈਲ ਨਹੀਂ ਆਈ। ਲੈ ਉਹਦਾ ਖਤ। ਭਾਵੇਂ ਉਹ ਮੇਰਾ ਭਰਾ ਹੈ, ਪਰ ਜਿੰਨੀ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ, ਦੁਨੀਆ ਦੇ ਕਿਸੇ ਮੁੰਡੇ ਨੂੰ ਨਹੀਂ ਕਰਦੀ। ਰੂਪ ਨੇ ਸਰਲਾ ਨੂੰ ਖਤ ਫੜਾ ਦਿੱਤਾ। ਸਰਲਾ ਨੂੰ ਰੂਪ ਦੀ ਨੇਕ ਨਾਲ ਇੰਨੀ ਸਖਤ ਨਫ਼ਰਤ ਦੀ ਕੋਈ ਸਮਝ ਨਾ ਆਈ। ਉਸ ਰੂਪ ਦੇ ਪਿਆਰ ਪ੍ਰਭਾਵ ਵਿੱਚ ਨੇਕ ਦਾ ਆਇਆ ਖਤ ਬਿਨਾਂ ਪੜ੍ਹਿਆ ਹੀ ਪਾੜ ਸੁੱਟਿਆ। ਉਸ ਨੂੰ ਮਾਨਸਿਕ ਤੌਰ ਤੇ ਤਕਲੀਫ ਤਾਂ ਬੜੀ ਹੋਈ, ਪਰ ਜਿੱਥੋਂ ਤੱਕ ਤਲਖ ਹਕੀਕਤ ਦਾ ਵਾਹ ਸੀ, ਸਰਲਾ ਨੂੰ ਰੂਪ ਦੀ ਅਗਵਾਈ ਵਿੱਚ ਪੈਰ ਪੁੱਟਣੇ ਹੀ ਪਏ। ਤੁਹਾਡੇ ਚਾਰਟ ਬਣਵਾ ਦੇਣ ਨਾਲ ਮੈਨੂੰ ਹੌਸਲਾ ਹੋ ਗਿਆ ਏ, ਯਾਨੀ ਕਲਾਸ 'ਚ ਚੌਥੇ 5ਵੇਂ ਨੰਬਰ ਤੇ ਆ ਜਾਵਾਂਗੀ। ਰੂਪ ਪ੍ਰਿੰਸੀਪਲ ਦੀ ਕੋਠੀ ਸਚਦੇਵ ਨਾਲ ਗੱਲਾਂ ਕਰ ਰਹੀ ਸੀ। ਬੱਚੇ ਪੜ੍ਹਾਈ ਛੱਡ ਕੇ ਖੇਡ ਵਿੱਚ ਰੁੱਝੇ ਹੋਏ ਸਨ। ਰੂਪ ਪ੍ਰੀਖਿਆ ਦੇ ਕੇ ਵਿਹਲੀ ਹੋ ਚੁੱਕੀ ਸੀ ਤੇ ਆਥਣ ਸਵੇਰ ਘਰ ਜਾਣ ਵਾਲੀ ਸੀ। ਥੋੜਾ ਸਮਾਂ ਹੀ ਪਹਿਲਾਂ ਉਸ ਪ੍ਰਿੰਸੀਪਲ ਨੂੰ ਧੰਨਵਾਦ ਦਿੱਤਾ ਸੀ ਤੇ ਹੁਣ ਸਚਦੇਵ ਦੀਆਂ ਮਿਹਰਬਾਨੀਆਂ ਗੱਲੀ ਦੁਹਰਾ ਰਹੀ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡ, ਮਾਸਟਰ ਨੇ ਉਸ ਦਾ ਧਿਆਨ ਆਪਣੀ ਵੱਲ ਫੇਰਿਆ। ਪਾਸ ਤੂੰ ਹੋ ਹੀ ਜਾਣਾ ਹੈ।
ਪ੍ਰੈਕਟੀਕਲ ਟ੍ਰੇਨਿੰਗ ਪਿੱਛੋਂ ਬਿਨਾਂ ਇੰਤਜ਼ਾਰ ਤੈਨੂੰ ਕਿਸੇ ਪਿੰਡ ਵਿੱਚ ਜਗ੍ਹਾ ਵੀ ਮਿਲ ਜਾਣੀ ਹੈ, ਕਿਉਂਕਿ ਟੀਚਰ ਕੁੜੀਆਂ ਦੀ ਸਾਰੇ ਜ਼ਿਲ੍ਹੇ 'ਚ ਘਾਟ ਹੈ। ਸਭ ਤੋਂ ਜ਼ਰੂਰੀ ਚੀਜ਼ ਸਮਝਣ ਵਾਲੀ ਇਹ ਹੈ ਕਿ ਤੂੰ ਕਿਸੇ ਪਿੰਡ ਜਾ ਕੇ ਬੱਚਿਆਂ ਨਾਲ, ਉਹਨਾਂ ਦੇ ਮਾਪਿਆਂ ਨਾਲ, ਲੋਕਾਂ ਨਾਲ ਤੇ ਉੱਥੋਂ ਦੀ ਪੰਚਾਇਤ ਨਾਲ ਡੀਲ ਕਿਵੇਂ ਕਰਨਾ ਹੈ। ਮਾਸਟਰ ਜੀ, ਸੱਚੀ ਤੁਸੀਂ ਬੜੀ ਮੌਕੇ ਦੀ ਗੱਲ ਕੀਤੀ ਹੈ। ਰੂਪ ਨੇ ਮਾਸਟਰ ਦੀ ਦਾਤ ਦਿੱਤੀ। ਮੈਂ ਤਾਂ ਇਹਨਾਂ ਗੱਲਾਂ ਬਾਰੇ ਸੋਚਿਆ ਤੱਕ ਹੀ ਨਹੀਂ ਸੀ। ਕਈ ਵਾਰ ਲਾਇਕ ਮਾਸਟਰ ਪਿੰਡਾਂ 'ਚ ਜਾ ਕੇ ਫੇਲ ਹੋ ਜਾਂਦੇ ਆ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੁੰਦੀ ਹੈ ਕਿ ਉਹਨਾਂ ਕੋਰਸ ਜ਼ਰੂਰ ਰਟੇ ਹੁੰਦੇ ਆ, ਪਰ ਇਸ ਸਮਾਜ ਨੂੰ ਤੇ ਇਸ ਦੇ ਆਪਸੀ ਸੰਬੰਧਾਂ ਨੂੰ ਬਿਲਕੁਲ ਨਹੀਂ ਪੜ੍ਹਿਆ ਤੇ ਸਮਝਿਆ ਹੁੰਦਾ। ਸਚਦੇਵ ਨੇ ਇਸ ਤਰ੍ਹਾਂ ਉਂਗਲ ਹਿਲਾਈ ਜੇ ਰੂਪ ਦਾ ਜ਼ਿਹਨ ਉਸ ਗੱਲ ਨੂੰ ਪੱਲੇ ਬੰਨ੍ਹ ਲਵੇ। ਪਹਿਲੀ ਗੱਲ, ਤੁਹਾਡਾ ਕੰਮ ਮਿੱਥੇ ਟੀਚੇ ਤੋਂ ਪਹਿਲਾਂ ਕਾਮਯਾਬੀ ਨਾਲ ਪੂਰਾ ਹੋਣਾ ਚਾਹੀਦਾ ਹੈ। ਇਸ ਨਾਲ ਮਾਪਿਆਂ ਤੇ ਪਿੰਡ ਵਾਲਿਆਂ ਨੂੰ ਤੁਹਾਡੇ ਖਿਲਾਫ ਗਿਲੇ ਸ਼ਿਕਵੇ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਪੈਦਾ ਹੋਵੇਗਾ। ਤੁਹਾਡੇ ਅਫਸਰ ਕਿੰਨੇ ਵੀ ਕਮੀਨੇ ਹੋਣ, ਤੁਹਾਡੇ ਕੰਮ 'ਚ ਤੁਹਾਨੂੰ ਝੁਠਿਆ ਨਹੀਂ ਸਕਣਗੇ। ਤੁਹਾਡੀ ਆਣ ਅਣਖ ਦਾ ਸਿਰ ਉੱਚਾ ਹੁੰਦਾ ਰਹੇਗਾ। ਬਿਲਕੁਲ ਠੀਕ। ਰੂਪ ਨੇ ਧਿਆਨ ਨਾਲ ਗੱਲ ਸੁਣਨ ਲੱਗ ਪਈ, ਜਿਵੇਂ ਉਸਦੇ ਮਾਸਟਰਾਂ ਨੇ ਸਾਰਾ ਸਾਲ ਇਸ ਤਰ੍ਹਾਂ ਦੀ ਕੰਮ ਦੀ ਗੱਲ ਨਹੀਂ ਦੱਸੀ ਸੀ। ਦੂਜੇ ਸੇ 85% ਅਨਪੜ੍ਹਾਂ 'ਚ ਇੱਕ ਪੜ੍ਹਿਆ ਲਿਖਿਆ ਬੇਵਕੂਫ ਬਣਨੋਂ ਤਦ ਹੀ ਬਚ ਸਕਦਾ ਹੈ ਜੇ ਉਹਨਾਂ ਨੂੰ ਕਿਸੇ ਆਰੇ ਲਾਈ ਰੱਖੇ। ਆਰੇ ਲਾਉਣ ਤੋਂ ਪਹਿਲਾਂ ਪਿੰਡ ਦੀ ਸਮਾਜਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਲੋਕਾਂ ਦਾ ਬੁਨਿਆਦੀ ਪੇਸ਼ਾ, ਕੰਮ ਕਰਨ 'ਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹੈ। ਪੰਜਾਬ ਆਮ ਕਰਕੇ ਮੱਧ ਵਰਗੀ ਸੂਬਾ ਹੈ। 5-10 ਘਰ ਰੱਜੇ ਪੁੱਜੇ ਹੁੰਦੇ ਆ, ਬਾਕੀ ਉਹਨਾਂ ਦੇ ਕਰਜ਼ਾਈ ਹੁੰਦੇ ਆ। ਪੰਜਾਬ ਦੇ ਲੋਕ ਮਿਹਨਤੀ ਹੈ, ਕਰੜੀ ਤਪੱਸਿਆ 'ਚ ਪੂਰੇ ਉਤਰਦੇ ਆ, ਪਰ ਉਹਨਾਂ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤਰੱਕੀ 'ਚ ਕਿਵੇਂ ਪ੍ਰੇਰਿਆ ਜਾਵੇ, ਆਜ਼ਾਦ ਹੋਣ ਪਿੱਛੋਂ ਸਾਰੇ ਦੇਸ਼ ਦੀ ਬੁਨਿਆਦੀ ਪ੍ਰੋਬਲਮ ਬਣੀ ਹੋਈ ਹੈ। ਮਾਸਟਰ ਨੇ ਰੂਪ ਦੇ ਦਿਮਾਗੀ ਮਿਆਰ ਨੂੰ ਤੋਲਦਿਆਂ ਆਖਿਆ, ਅੱਗੇ ਸੁਣ। ਤੂੰ ਕਿਸੇ ਬੰਦੇ ਨੂੰ ਗੱਲ ਕਹਿਣੀ ਹੈ ਤੇ ਤੇਰੀ ਗੱਲ 'ਚ ਵਜਨ ਨਹੀਂ, ਉਹ ਗੱਲ ਨਹੀਂ ਸੁਣੇਗਾ। ਜੇ ਗੱਲ ਉਸਦੇ ਮਤਲਬ ਦੀ ਨਹੀਂ, ਉਹ ਉਸ 'ਤੇ ਅਮਲ ਨਹੀਂ ਕਰੇਗਾ। ਇਸ ਲਈ ਠੋਸ ਗੱਲ ਤੇ ਲੋਕਾਂ ਦੇ ਲਾਭ ਵਾਲੀ ਗੱਲ ਜੇ ਤੁਸੀਂ ਅਨਪੜ੍ਹ ਲੋਕਾਂ 'ਚ ਲੈ ਕੇ ਜਾਓਗੇ, ਤਦ ਹੀ ਤੁਹਾਡੇ ਪੈਰ ਜੰਮ ਸਕਣਗੇ। ਮਿਸਾਲ ਦੇ ਤੌਰ ਤੇ, ਤੁਹਾਡੇ ਸਕੂਲ ਦੀ ਕੋਈ ਬਿਲਡਿੰਗ ਨਹੀਂ ਜਾਂ ਮੀਂਹ 'ਚ ਢਹਿ ਗਈ ਹੈ, ਤੁਸੀਂ ਉੱਥੋਂ ਦੇ ਲੋਕਾਂ ਤੇ ਪੰਚਾਇਤ ਨੂੰ ਕਿਵੇਂ ਪ੍ਰੇਰਣਾ ਦੇਵੋਗੇ? ਨਵੀਂ ਬਿਲਡਿੰਗ ਕਿਵੇਂ ਖੜੀ ਕੀਤੀ ਜਾ ਸਕਦੀ ਹੈ? ਇੱਥੇ ਆ ਕੇ ਤੁਹਾਨੂੰ ਲੋਕਾਂ ਦੀ ਮਾਨਸਿਕਤਾ ਨੂੰ ਪੜ੍ਹਨਾ ਪਏਗਾ। ਆਮ ਕਰਕੇ ਸਾਡੇ ਸਮਾਜ ਵਿੱਚ 3 ਤਰ੍ਹਾਂ ਦੀ ਮਾਨਸਿਕ ਭੁੱਖ ਜਿਹੜੀ ਹੈ ਉਹ ਪਾਈ ਜਾਂਦੀ ਹੈ: ਧਾਰਮਿਕ, ਸੱਭਿਆਚਾਰਕ ਤੇ ਪ੍ਰਸ਼ੰਸਕ। ਇਹ ਤੁਹਾਡੀ ਆਪਣੀ ਅਕਲ ਦਾ ਕ੍ਰਿਸ਼ਮਾ ਹੋਵੇਗਾ ਕਿ ਤੁਸੀਂ ਲੋਕਾਂ ਦੇ ਬਲ ਤੇ ਜੋਸ਼ ਨੂੰ ਕਿਸ ਤਰ੍ਹਾਂ ਦੇ ਸਾਣ ਉੱਤੇ ਲਾ ਕੇ ਚਮਕਾਉਂਦੇ ਹੋ। ਇਹ ਨਾਲ ਜ਼ਰੂਰ ਯਾਦ ਰਹੇ, ਤੁਹਾਡੀ ਛੋਹੇ ਕੰਮ ਦੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਉਸ ਉੱਤੇ ਸਮਾਜਵਾਦ ਦੀ ਬਿਲਡਿੰਗ ਉਸਾਰੀ ਜਾ ਸਕੇ। ਮੈਂ ਇੱਕ ਮਾਸਟਰ ਦੀ ਮਹਾਨਤਾ ਬਾਰੇ ਅੱਗੇ ਵੀ ਆਖਿਆ ਸੀ ਕਿ ਸਮਾਜਵਾਦ ਕਾਇਮ ਕਰਨ ਲਈ ਜੋ ਕੁਝ ਅੱਜ ਮਾਸਟਰ ਕਰ ਸਕਦੇ ਆ, ਇੰਜੀਨੀਅਰ ਵੀ ਨਹੀਂ ਕਰ ਸਕਦੇ। ਮਾਸਟਰ ਹੀ ਇੱਕ ਅਜਿਹੀ ਚੇਤਨ ਜਮਾਤ ਹੈ ਜਿਹੜੀ ਦੇਸ਼ ਦੇ ਹਰ ਹਿੱਸੇ ਵਿੱਚ ਵਿਦਿਆਰਥੀਆਂ ਤੇ ਲੋਕਾਂ ਦੇ ਦਿਲ ਦਿਮਾਗ ਨਾਲ ਸਿੱਧਾ ਸੰਬੰਧ ਰੱਖਦੀ ਹੈ। ਸਚਦੇਵ ਨੇ ਇੱਕ ਤਰ੍ਹਾਂ ਆਪਣਾ ਲੈਕਚਰ ਖਤਮ ਕਰ ਦਿੱਤਾ। ਬੁੱਤ ਬਣੀ ਰੂਪ ਨੂੰ ਕਿੰਨਾ ਕੁਝ ਨਵਾਂ ਮਿਲਿਆ ਸੀ। ਉਸਦੇ ਮੂੰਹ ਦਾ ਜਲਾਲ ਨਿਰੋਏ ਅਨੁਭਵ ਦਾ ਬਾਹਰਲਾ ਰੂਪ ਸੀ। ਉਸ ਦਾ ਸਿਰ ਭਾਰਾ ਸੀ। ਫਿਰ ਵੀ ਉਸ ਸਚਦੇਵ ਨੂੰ ਕਿਰਤਕ ਨਜ਼ਰਾਂ ਨਾਲ ਦੇਖਦਿਆਂ ਕਿਹਾ, ਮਾਸਟਰ ਜੀ, ਹੁਣ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਕੁਝ ਕਰ ਸਕਾਂਗੀ, ਪਰ ਤੁਹਾਨੂੰ ਨਾਲ ਮੇਰੀ ਅਗਵਾਈ ਕਰਨੀ ਹੋਵੇਗੀ। ਦੂਜੇ ਧੰਨਵਾਦ ਤਾਂ ਮੈਂ ਤੁਹਾਡਾ ਕਰ ਹੀ ਨਹੀਂ ਸਕਦੀ। ਇਹ ਕਿਹੜੀ ਗੱਲ ਹੈ? ਸਚਦੇਵ ਨੇ ਇਸ ਨੂੰ ਬੇਲੋੜੀ ਗੱਲ ਸਮਝਦਿਆਂ ਅਣਸੁਣੀ ਕਰ ਦਿੱਤਾ। ਤੁਸੀਂ ਭਾਵੇਂ ਮੰਨੋ ਨਾ ਮੰਨੋ, ਪਰ ਮੈਂ ਕਦੇ ਬੇਸ਼ੱਕ ਨਾ ਕਰ ਸਕਦੀ ਜੇ ਤੁਸੀਂ ਹੌਸਲਾ ਨਾ ਦਿੰਦੇ। ਅੱਛਾ, ਜੇ ਤੂੰ ਸਮਝਦੀ ਹੈ ਤੇ ਮੈਂ ਤੇਰੇ ਲਈ ਕੁਝ ਕੀਤਾ ਹੈ, ਤਦ ਮੈਂ ਲਫ਼ਜ਼ੀ ਧੰਨਵਾਦ ਨਾਲ ਪਰਚਣ ਵਾਲਾ ਬੰਦਾ ਨਹੀਂ। ਤੂੰ ਲੋਕਾਂ 'ਚ ਕੰਮ ਕਰਕੇ ਵਿਖਾ, ਮੈਂ ਮੰਨਾਂਗਾ ਤੂੰ ਕੁਝ ਪੜ੍ਹਿਆ ਤੇ ਸਿੱਖਿਆ। ਕਿਸੇ ਸਿਧਾਂਤ ਦੀ ਵਡਿਆਈ ਉਸਦੇ ਅਮਲ ਤੇ ਲਾਭਵੰਦ ਸਿੱਟੇ 'ਚ ਹੁੰਦੀ ਹੈ, ਤੇ ਇਸੇ ਤਰ੍ਹਾਂ ਕਿਸੇ ਸ਼ਖਸੀਅਤ ਦੇ ਸਮਾਜੀ ਬਣੇ ਬਿਨਾਂ ਉਸਦਾ ਇੱਕ ਪੈਸਾ ਮੁੱਲ ਨਹੀਂ ਹੁੰਦਾ। ਜੇ ਤੂੰ ਕੁਝ ਨਾ ਕੀਤਾ, ਮਹੀਨੇ ਮਗਰੋਂ ਤਨਖਾਹ ਲੈ ਕੇ ਜੇਬ 'ਚ ਪਾਉਂਦੀ ਰਹੀ, ਮੈਂ ਸਮਝਾਂਗਾ ਪੱਥਰ ਨਾਲ ਮੱਥਾ ਮਾਰਿਆ ਸੀ। ਇੰਨੀ ਕਹਿ ਕੇ ਸਚਦੇਵ ਹੱਸ ਪਿਆ। ਨਹੀਂ ਮਾਸਟਰ ਜੀ, ਇਉਂ ਨਾ ਕਹੋ, ਮੇਰੇ ਤੇ ਭਰੋਸਾ ਰੱਖੋ। ਰੂਪ ਨੇ ਆਪਣੇ ਦੋਵੇਂ ਹੱਥ ਮੁੱਠਾਂ ਬਣਾਉਂਦਿਆਂ ਹਿਲਾਏ। ਬੇਸ਼ੱਕ ਕਰਨ ਦੇ ਸਮੇਂ ਵਿੱਚ ਰੂਪ ਦੀ ਆਪਣੇ ਗੁਰੂ ਨਾਲ ਇਹ ਆਖਰੀ ਮਿਲਣੀ ਸੀ। ਇਹ ਸੀ ਨਾਵਲ ਰੂਪਧਾਰਾ ਦਾ ਭਾਗ 8ਵਾਂ ਤੇ 8ਵੇਂ ਭਾਗ ਦਾ ਇਹ
ਦੂਜਾ ਹਿੱਸਾ।